ਸਤਿਨਾਮ ਵਾਹਿਗੁਰੂ ਜੀਓ। ਹਰ ਬੇਅੰਤ ਹੋਮਿਤ ਕਰ ਵਰਨੋ, ਕਿਆ ਜਾਨਾ ਹੋਏ ਕੈਸੋ ਰੇ। ਕਰੋ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦਿਓ ਉਪਦੇਸ ਰੇ। ਸਤਿਨਾਮ ਵਾਹਿਗੁਰੂ ਜੀਓ। ਗੌੜੀ ਮਹੱਲਾ ਨੌਵਾਂ। ਸਾਧੋ ਰਚਨਾ ਰਾਮ ਬਨਾਈ, ਇਕ ਬਿਨ ਸੈ ਇਕ ਅਸਥਿਰ ਮਾਨੈ। ਅਚਰਜ ਲਖਿਓ ਨਾ ਜਾਈ, ਸਾਧੋ ਰਚਨਾ ਰਾਮ ਬਨਾਈ, ਇਕ ਬਿਨ ਸੈ ਇਕ ਅਸਥਿਰ ਮਾਨੈ। ਅਚਰਜ ਲਖਿਓ ਨਾ ਜਾਈ ਰਹਾਉ, ਕਾਮ ਕ੍ਰੋਧ ਮੋਹ ਬਸ ਪ੍ਰਾਨੀ। ਹਰ ਮੂਰਤ ਬਿਸਰਾਈ, ਝੂਠਾ ਤਨ ਸਾਚਾ ਕਰ ਮਾਨਿਓ। ਜਿਉ ਸੁਪਨਾ ਰਹਿ ਨਾਈ, ਜੋ ਦਿਸੈ ਸੋ ਸਗਲ ਬਿਨਾਸੈ। ਜਿਉ ਬਾਦਰ ਕੀ ਛਾਈ, ਜਨ ਨਾਨਕ ਜਗ ਜਾਨਿਉ ਮਿਥਿਆ। ਰਹਿਓ ਰਾਮ ਸ਼ਰਨਾਈ, ਜੋ ਦੀਸੈ ਸੋ ਸਗਲ ਬਿਨਾਸੈ। ਜਿਉ ਬਾਦਰ ਕੀ ਛਾਈ, ਜਨ ਨਾਨਕ ਜਗ ਜਾਨਿਉ ਮਿਥਿਆ। ਰਹਿਓ ਰਾਮ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ, ਜੋ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਗੁਰੂ ਕੀ ਬਾਣੀ ਰਾਹੀਂ ਦਰਸਾ ਰਹੇ ਹਨ, ਤਿਨਾਂ ਦੀ ਵਿਚਾਰ 2 ਦਿਨਾਂ ਤੋਂ ਪ੍ਰਾਰੰਭ ਕੀਤੀ ਹੈ। ਗੌੜੀ ਰਾਗ ਵਿੱਚ ਗਰੀਬ ਨਵਾਜ਼ ਸਤਿਗੁਰਾਂ ਦਾ ਇਹ ਦੂਜਾ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਅੰਗ ਨੰਬਰ 219 ਤੇ ਇਸ ਸਤਿਗੁਰਾਂ ਦਾ ਪਵਿੱਤਰ ਸ਼ਬਦ ਸੁਭਾਇਮਾਨ ਹੈ। ਪਹਿਲੇ ਸ਼ਬਦ ਅੰਦਰ ਆਪਾਂ ਦਰਸ਼ਨ ਕਰ ਰਹੇ ਸੀ, ਸਾਨੂੰ ਕੀ ਸਿਖਾਣ ਖਾਸ ਸ਼ਬਦ ਹੈ ਭਈ ਇਹਨੂੰ ਸਾਧਨਾ ਕਰੋ। ਜਿਵੇਂ ਸੰਗਤ ਵਿੱਚ ਭਾਵੇਂ ਕੋਈ ਆਦਮੀ, ਚਾਹੇ ਕੋਈ ਔਰਤ, ਚਾਹੇ ਕੋਈ ਅੰਮ੍ਰਿਤਧਾਰੀ, ਚਾਹੇ ਬਗੈਰ ਅੰਮ੍ਰਿਤ ਦੀ ਦਾਤ ਤੋਂ ਖੋਵੇ, ਭਾਵੇਂ ਕੋਈ ਬਹੁਤ ਜਪਣ ਵਾਲਾ ਖੋਵੇ ਅਤੇ ਚਾਹੇ ਇੱਕ ਦਿਨ ਵੀ ਪਾਠ ਨਾ ਕੀਤਾ ਹੋਏ, ਉਹਨਾਂ ਸਭਨਾਂ ਨੂੰ ਆਪਾਂ ਸਾਧ ਸੰਗਤ ਕਹਿੰਦੇ। ਸਾਧ ਸ਼ਬਦ ਸੰਗਤ ਤੋਂ ਪਹਿਲਾਂ ਵਰਤੀਦਾ। ਇਹਦਾ ਮਤਲਬ ਉੱਥੇ ਵੀ ਸਮੁੱਚੇ ਸਰੋਤਿਆਂ ਨੂੰ ਆਪਾਂ ਸਾਧ ਸ਼ਬਦ ਨਾਲ
ਸੰਬੋਧਨ ਕਰਦੇ ਹਾਂ। ਇਹਦਾ ਕੀ ਮਤਲਬ? ਜਿਹੜੇ ਸਤਿਗੁਰੂ ਪਰਮੇਸ਼ਰ ਵੱਲ ਮੂੰਹ ਕਰਕੇ ਬਹਿ ਗਏ, ਸਤਿਗੁਰਾਂ ਦੀ ਬਾਤ ਸੁਣਦੇ ਨੇ, ਕੁਝ ਸਿੱਖਣਾ ਚਾਹੁੰਦੇ ਨੇ, ਜ਼ਿੰਦਗੀ ਵਿੱਚ ਅੰਦਰ ਦਾ ਕੋਈ ਧਨ ਇਕੱਠਾ ਕਰਨਾ ਚਾਹੁੰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਪ੍ਰਤੀ ਇਹ ਸ਼ਬਦ ਵਰਤ ਰਹੇ ਨੇ। ਇੱਕ ਜ਼ਰੂਰ ਚੇਤਾ ਰੱਖੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸ਼ਬਦ ਦੇ ਸਪੈਲਿੰਗ ਇੱਕੋ ਹੋਣਗੇ, ਪਰ ਉਹਨਾਂ ਦੇ ਅਰਥ ਵੱਖ-ਵੱਖ ਜਗ੍ਹਾ 'ਤੇ ਵੱਖਰੇ ਹੁੰਦੇ। ਕਿਧਰੇ ਸ਼ਬਦ ਸਤਿਗੁਰੂ ਕਹਿੰਦੇ ਆਵੋ ਸੰਤ ਪਿਆਰਿਓ, ਕੀ ਕਰਾਂ ਕਹਾਣੀ, ਜਿਹੜਾ ਸੰਗਤ ਵਿੱਚ ਆ ਕੇ ਬੈਠਾ ਉਹਨੂੰ ਸੰਤ ਕਹਿ ਦਿੱਤਾ। ਜਿਵੇਂ ਵਿਦਿਆਰਥੀ ਭਾਵੇਂ ਪਹਿਲੇ ਦਿਨ ਬੈਠਾ ਏ, ਪਹਿਲੀ ਕਲਾਸ ਵਿੱਚ ਜਾਂ ਉਸ ਤੋਂ ਵੀ ਛੋਟੀ ਉਹ ਵੀ ਵਿਦਿਆਰਥੀ, ਜਿਹੜਾ MA ਦੀ ਕਲਾਸ ਵਿੱਚ ਬੈਠਾ ਉਹ ਵੀ ਵਿਦਿਆਰਥੀ, ਵਕਾਲਤ ਦੀ ਕੋਈ ਪ੍ਰੈਕਟਿਸ ਕਰ ਰਿਹਾ ਹੈ ਉਹ ਵੀ ਵਿਦਿਆਰਥੀ। ਇਸੇ ਤਰ੍ਹਾਂ ਪਰ ਉਹਨਾਂ ਦੇ ਗਿਆਨ ਵਿੱਚ ਫਰਕ ਹੈ ਨਾ। ਇਸੇ ਤਰ੍ਹਾਂ ਸਤਿਗੁਰੂ ਜੀ ਸਾਧੂ, ਸੰਤ, ਭਗਤ ਇਹ ਸ਼ਬਦ ਜਦੋਂ ਵਰਤਦੇ ਨੇ, ਇਹਨਾਂ ਦੇ ਮਗਰ ਜੋ ਭਾਵਨਾ ਇੱਥੇ ਇਸ ਆਮ ਮਨੁੱਖ ਨੂੰ ਸੰਬੋਧਨ। ਜਦੋਂ ਸਤਿਗੁਰੂ ਕਿਸੇ ਪੂਰਨ ਪਹੁੰਚੇ ਪੁਰਸ਼ ਦੀ ਬਾਤ ਪਾਉਂਦੇ, ਉੱਥੇ ਬੱਚੇ ਨੇ ਜਿਨ੍ਹਾਂ ਸਾਸ ਕਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਇੱਥੇ ਸਾਨੂੰ ਉਪਦੇਸ਼ ਕਰ ਰਹੇ ਨੇ ਵੀ ਤੁਸੀਂ ਕਿਹੜੀਆਂ ਗੱਲਾਂ ਤੋਂ ਬਚੋ, ਪਰ ਜਦੋਂ ਸਲੋਕਾਂ ਦਾ ਭੋਗ ਪੈਂਦਾ ਅਤੇ ਉੱਥੇ ਬੱਚੇ ਨੇ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਉੱਥੇ ਸਾਧੂ ਦਾ ਅਰਥ ਗੁਰੂ ਕੇ ਪਿਆਰ ਬਦਲ ਜਾਂਦਾ ਹੈ। ਜੋ ਨਾਮ ਜਪ ਕੇ ਅੰਦਰੋਂ ਸਤਿਗੁਰੂ ਪਰਮੇਸ਼ਰ ਨਾਲ ਇੱਕਮਿਕ ਹੋ ਗਏ। ਤੋ ਅੱਜ ਦਾ ਸ਼ਬਦ ਦੂਸਰਾ ਹੈ। ਆਪਾਂ ਪਹਿਲੇ ਸ਼ਬਦ ਵਿੱਚ 2 ਹਿੱਸੇ ਕਰਕੇ ਉਸ ਗੱਲ ਨੂੰ ਸਮਝਿਆ ਸੀ। ਸਤਿਗੁਰੂ ਜ਼ਿੰਦਗੀ ਦਾ ਨਿਸ਼ਾਨਾ ਦੱਸਦੇ, ਦੂਜਾ ਖੇਡ ਨੂੰ ਕਠਨ ਕਹਿੰਦੇ ਰੱਬ ਦੇ ਰਾਹ 'ਤੇ ਤੁਰਨ ਨੂੰ। ਅੱਜ ਬੱਚਿਆਂ ਨੇ ਇੱਕ ਬਹੁਤ ਪਿਆਰਾ ਸਤਿਗੁਰੂ ਸ਼ੁਰੂ ਕਰਦੇ, ਕਹਿੰਦੇ ਕਿ ਸਾਧੂ ਜਨੋ ਸਤਸੰਗਿਓ, ਨਿਰੰਕਾਰ ਦੀ ਇਹ ਰਚਨਾ ਜੋ ਨੇ ਆਪ ਬਣਾਈ ਏ। ਕਹਿੰਦੇ ਦੁਨੀਆ ਵਿੱਚ 4 ਭੁਲੇਖੇ ਨੇ ਸਭ ਤੋਂ ਵੱਡੇ ਇਨਸਾਨ ਦੇ, ਉਹ ਕਦੇ ਜਾਂਦੇ ਨਹੀਂ। ਕਿਸੇ ਨੇ ਕਿਹਾ ਅਸਚਰਜ ਕਰਨ ਵਾਲੀ ਗੱਲ ਦੁਨੀਆ 'ਚ ਕਿਹੜੀ ਹੈ ਜਿਹੜੀ ਹੈਰਾਨ ਕਰਦੀ? ਸਭ ਤੋਂ ਹੈਰਾਨ ਕਰਨ ਵਾਲੀ ਕਿਹੜੀ ਗੱਲ ਹੈ? ਸਤਿਗੁਰੂ ਜੀ ਕਹਿੰਦੇ ਉਹ ਹੈ, ਸਾਡੇ ਸਾਹਮਣੇ ਰੋਜ਼ ਮੌਤਾਂ ਹੋ ਰਹੀਆਂ ਨੇ। ਵੱਡੇ ਵੀ ਤੁਰੇ ਜਾ ਰਹੇ ਨੇ, ਛੋਟੇ ਵੀ ਤੁਰੇ ਜਾ ਰਹੇ ਹਨ, ਹਮ ਉਮਰ ਵੀ ਜਾ ਰਹੇ ਹਨ। ਬੰਦਾ ਵੇਖ ਰਿਹਾ ਵੀ ਸਾਰੀ ਦੁਨੀਆ ਇੱਥੋਂ ਤੁਰੀ ਜਾ ਰਹੀ ਹੈ, ਪਰ ਤਾਂ ਵੀ ਇਹ ਮੰਨਦਾ ਨਹੀਂ ਵੀ ਮੈਂ ਵੀ ਤੁਰ ਜਾਣਾ ਹੈ। ਕਿੰਨੀ ਹੈਰਾਨ ਕਰਨ ਵਾਲੀ ਗੱਲ ਏ। ਇੱਕ ਬਿਨਸ ਹੈ, ਕਈ ਇੱਕ ਦਾਵੇ ਇੱਥੇ ਜ਼ਰੂਰ ਧਿਆਨ ਕਰੀਏ। ਇੱਥੇ ਈੜੀ ਨੂੰ ਵਿਸ਼ਾਰੀ ਅਤੇ ਕੱਕੇ ਨੂੰ ਵਿਸ਼ਾਰੀਏ। ਗੁਰਬਾਣੀ ਦੀ ਵਿਆਕਰਣ ਮੁਤਾਬਕ ਜਦੋਂ ਹੁਣ ਕੱਕੇ ਨੂੰ ਸਿਆਰੀ ਆ ਗਈ, ਇਹਦਾ ਮਤਲਬ ਹੈ ਬਹੁਤ ਸਾਰੇ, ਬਹੁ ਵਚਨ ਵਿੱਚ ਵੀ ਕਈ ਸਾਡੇ ਸਾਹਮਣੇ ਕਈ ਖਤਮ ਹੋ ਗਏ, ਬਿਨਸ ਗਏ। ਇੱਕ ਅਸਥਿਰ ਮਨ ਹੈ, ਪਰ ਉਹਨਾਂ 'ਚੋਂ ਕੁਝ ਉਹ ਨੇ ਜਿਹੜੇ ਆਪਣੇ ਆਪ ਨੂੰ ਅਸੀਂ ਅਸਥਿਰ ਮੰਨਦੇ ਹਾਂ ਵੀ ਅਸੀਂ ਤਾਂ ਕਦੇ ਜਾਣਾ ਹੀ ਨਹੀਂ। ਅਚਰਜ ਲਖਿਓ ਨਾ ਜਾਈ ਰਖਾਓ, ਕਹਿੰਦੇ ਬੜੀ ਹੈਰਾਨ ਕਰਨ ਵਾਲੀ ਗੱਲ ਹੈ, ਬੜੀ ਅਚਰਜ ਬਾਤ ਹੈ। ਪਿਆਰਿਓ, ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਨੇ ਬਚਨ ਕੀਤੇ ਨੇ, 4 ਭੁਲੇਖੇ ਨੇ ਇਨਸਾਨ ਦੇ। ਸਭ ਤੋਂ ਪਹਿਲਾ ਭੁਲੇਖਾ ਇਹ, ਦੂਸਰਿਆਂ ਦੀ ਮੌਤ ਹੋਣੀ ਪਰ ਮੇਰੀ ਨਹੀਂ। ਦੂਸਰਿਆਂ ਨੇ ਚਲੇ ਜਾਣਾ ਏ ਪਰ ਮੈਂ ਥੋੜ੍ਹੀ ਜਾਣਾ ਏ, ਹੈਰਾਨ ਕਰਨ ਵਾਲੀ ਗੱਲ। ਦੂਜਾ ਅਗਲੇ ਸ਼ਬਦ ਵਿੱਚ ਆਏਗਾ, ਭੁਲੇਖਾ ਸਤਿਗੁਰੂ ਦੂਰ ਕਰਦੇ ਨੇ। ਉਹ ਕੁੱਲ ਦੁਨੀਆ ਨੂੰ ਹੈ, ਉਹ ਲੱਭਦੇ ਨੇ ਸੁੱਖ, ਪਰ ਉਹ ਸੁੱਖ ਲੱਭਦੇ ਨੇ ਪੁੱਤਰਾਂ ਅਤੇ ਪਦਾਰਥਾਂ ਵਿੱਚੋਂ, ਵੀ ਸ਼ਾਇਦ ਉਹਦੇ ਵਿੱਚੋਂ ਸੁੱਖ ਲੱਭੇਗਾ। ਉਹ ਆਪਾਂ ਬਾਅਦ ਵਿੱਚ ਜ਼ਿਕਰ ਕਰਦੇ ਹਾਂ। ਅੱਜ ਦਾ ਪੂਰਾ ਧਿਆਨ ਇਹ ਸ਼ਬਦ 'ਤੇ ਕੇਂਦਰਿਤ ਕਰੀਏ। ਸਤਿਗੁਰੂ ਜੀ ਨੇ ਜੋ ਬਚਨ ਕੀਤੇ ਨੇ, ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਮਹਾਰਾਜ ਜੀ ਹੁਕਮ ਕਰਦੇ ਨੇ, ਜਿਵੇਂ ਬਾਕੀ ਰਚਨਾ ਦੇ ਮੈਂਬਰ ਇੱਕ ਇੱਕ ਕਰਕੇ ਸਾਰੇ ਤੁਰੇ ਜਾ ਰਹੇ ਹਨ,
ਮਨਾ ਤੂੰ ਵੀ ਇੱਕ ਦਿਨ ਤੁਰ ਜਾਣਾ ਹੈ। ਤੈਨੂੰ ਪਤਾ ਹੈ ਨਿਰੰਕਾਰ ਨੇ ਬਹੁਤ ਕੁਝ ਇਨਸਾਨ ਨੂੰ ਦੱਸਿਆ ਹੈ, ਪਰ ਦੋ ਚੀਜ਼ਾਂ ਉਸਨੇ ਆਪਣੇ ਕੋਲ ਫਿਰ ਵੀ ਗੁਪਤ ਰੱਖੀਆਂ, ਜਨਮ ਕਦੋਂ ਖੋਣਾ ਅਤੇ ਮੌਤ ਕਦੋਂ ਖੋਣੀ। ਹਰਨ ਪਰਨ ਜਾਕਾ ਨੇਤਰ ਫੋਰ, ਤਿਸ ਕਾ ਮੰਤਰ ਨ ਜਾਣੈ ਖੋਰ। ਹੁਣ ਨਹੀਂ ਕੋਈ ਜਾਣਦਾ। ਗੁਰੂ ਕੇ ਪਿਆਰਿਓ, ਵੇਖਦਿਆਂ ਗਰੀਬ ਨਵਾਜ ਪਿਤਾ ਜੀ ਦੇ ਬਚਨ ਨੇ। ਸਾਹਿਬ ਕਹਿੰਦੇ ਐਸੋ ਇਹ ਸੰਸਾਰ ਵੇਖਣਾ, ਰਹਿ ਨਾ ਕੋ ਪਈ ਖੈਰੇ। ਆਹ ਜਿਹੜਾ ਜਗਤ ਦਿਸ ਰਿਹਾ ਹੈ ਨਾ, ਇਹਦੇ 'ਚ ਕਿਸੇ ਨੇ ਰਹਿਣਾ ਕੋਈ ਨਹੀਂ, ਸਭਨਾਂ ਨੇ ਤੁਰ ਜਾਣਾ ਇੱਥੋਂ। ਕਹਿੰਦੇ ਸੂਦੇ ਸੂਦੇ ਰੇਗ ਚਲੋ ਤੁਮ, ਨਤਰ ਕੋ ਧੱਕਾ ਦਵਾਈ ਖੈਰੇ। ਪਤਾ ਨਹੀਂ ਜੇ ਕਦੋਂ ਇਸ ਮੌਤ ਨੇ ਧੱਕਾ ਦੇ ਦੇਣਾ ਏ। ਰੱਬ ਵੱਲ ਸਿੱਧਾ ਮੂੰਹ ਕਰਕੇ ਉਹਦੀ ਭੈ ਭਾਵਨੀ ਵਿੱਚ ਰਹਿ ਕੇ, ਸਤਿਗੁਰਾਂ ਦੇ ਹੁਕਮਾਂ ਵਿੱਚ ਰਹਿ ਕੇ, ਉਧਰ ਨੂੰ ਮੁੱਖ ਕਰਕੇ ਜ਼ਿੰਦਗੀ ਦਾ ਸਫ਼ਰ ਕਰਦੇ ਤੁਰੇ ਜਾਓ। ਸਤਿਗੁਰੂ ਜੀ ਇਹ ਵੀ ਚੇਤਾ ਕਰਾਉਂਦੇ, ਤੁਸੀਂ ਹੈਰਾਨ ਨਹੀਂ ਹੋ ਰਹੇ ਭਈ ਤੁਸੀਂ ਕਹਿੰਦੇ ਸੀ ਜਾਣਾ ਨਹੀਂ, ਤੁਹਾਡੇ ਸਾਹਮਣੇ ਰਾਜੇ ਵੀ ਜਾ ਰਹੇ ਅਤੇ ਪ੍ਰਜਾ ਵੀ ਜਾ ਰਹੀ ਏ। ਸਤਿਗੁਰਾਂ ਦੇ ਬਚਨ ਨੇ, ਗਰੀਬ ਨਵਾਜ ਪਿਤਾ ਦੇ ਰਾਜਾ ਪ੍ਰਜਾ ਸਮ ਕਰ ਮਾਰੈ, ਐਸੋ ਕਾਲ ਬਿੜਾਨੀ ਰੇ। ਰਾਜਾ ਵੀ ਤੁਰਿਆ ਜਾ ਰਿਹਾ। ਸਤਿਗੁਰਾਂ ਨੇ ਤੇ ਗਿਣਤੀ ਕਰਾਈ, ਧਨਵੰਤਾ ਅਰ ਨਿਰਤਨ ਮੰਨਈ, ਤਾਕੀ ਕਛੂ ਨਾ ਕਾਨੀ ਰੇ। ਭਾਵੇਂ ਕੋਈ ਕਿੰਨਾ ਮਰਜ਼ੀ ਧਨਾੜ ਏ ਅਤੇ ਭਾਵੇਂ ਕੋਈ ਗੁਰੂ ਕੇ ਪਿਆਰਿਓ ਬਿਲਕੁਲ ਕੋਈ ਗਰੀਬ ਆਦਮੀ ਹੈ, ਉਹਨਾਂ ਸਭਨਾਂ ਨੂੰ ਜਾਣਾ ਹੀ ਪੈਣਾ ਹੈ ਇਸ ਦੁਨੀਆ ਤੋਂ। ਹੁਣ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਨੇ ਜੋ ਸਾਡੀ ਝੋਲੀ ਉਪਦੇਸ਼ ਪਾਉਣਾ ਚਾਹਿਆ ਏ, ਉਹ ਕੀ ਹੈ। ਸਤਿਗੁਰੂ ਕਿਉਂ ਕਹਿ ਰਹੇ ਨੇ ਭਈ ਇੱਕ ਬਿਨਸ ਰਹੇ ਨੇ ਅਤੇ ਦੂਜੇ ਆਪਣੇ ਆਪ ਨੂੰ ਅਸਥਿਰ ਮੰਨ ਰਹੇ ਨੇ, ਇਹ ਕਿਉਂ ਪਿਆਰਿਓ? ਇਹਨੂੰ ਸਮਝਣਾ ਸਤਿਗੁਰੂ ਜੀ ਦਾ ਹੁਕਮ ਹੈ। ਜਿਵੇਂ ਬਾਕੀ ਰਚਨਾ ਦੇ ਮੈਂਬਰ ਜਾ ਰਹੇ, ਚਲੇ ਆਪਾਂ ਵੀ ਜਾਣਾ ਹੈ। ਪਰ ਉਸ ਜਾਣ ਤੋਂ ਪਹਿਲਾਂ ਇਸ ਜਗਤ ਨੂੰ ਮਿਥਿਆ ਜਾਣ ਕੇ ਇਹਦੇ ਨਾਲ ਨੇਹੋ ਨਾ ਪਾਈਏ, ਅਕਾਲ ਪੁਰਖ ਵਾਹਿਗੁਰੂ ਨਾਲ ਪਾਈਏ। ਜਦੋਂ ਬੰਦਾ ਰੱਬ ਨੂੰ ਭੁੱਲਦਾ ਏ ਅਤੇ ਵਿਸ਼ੇ ਵਿਕਾਰਾਂ ਦੀ ਪਕੜ ਵਿੱਚ ਬੁਰੀ ਤਰ੍ਹਾਂ ਜਕੜਿਆ ਜਾਂਦਾ ਹੈ। ਸਤਿਗੁਰੂ ਜੀ ਇਸੇ ਕਰਕੇ ਮੌਤ ਚੇਤਾ ਕਰਾਉਂਦੇ ਰਹਿੰਦੇ ਨੇ। ਇੱਥੋਂ ਤੱਕ ਸਤਿਗੁਰਾਂ ਦੇ ਬਚਨ ਨੇ, ਮੌਤ ਨੂੰ ਇਸ ਤਰ੍ਹਾਂ ਨਹੀਂ ਸਮਝਣਾ ਚਾਹੀਦਾ ਭਈ 100 ਕੁ ਸਾਲ ਜਦੋਂ ਉਮਰ ਭੋਗ ਲਈ ਉਦੋਂ ਆਏਗੀ, ਨਹੀਂ। ਸਾਹਿਬ ਤਾਂ ਕਹਿੰਦੇ ਖਮ ਆਦਮੀ ਖਾਂ ਇੱਕਦਮੇ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨ ਵਹਿ ਤਿਸੈ ਸਰੇਵੋ, ਜਾਂ ਕੇ ਜੀ ਪ੍ਰਾਣਾ। ਕਹਿੰਦੇ ਜਿਹੜਾ ਦਮ ਆ ਗਿਆ ਬਸ ਇਹੀ ਏ। ਜੇਕਰ ਅਗਲਾ ਦਮ ਨਾ ਆਇਆ, ਇਹ ਤਾਂ ਉਹਦੀ ਮਰਜ਼ੀ ਹੈ ਨਾ ਦਮ ਦੇਣ ਵਾਲੇ ਦੀ, ਭਈ ਉਸ ਨੇ ਦਮ ਦੇਣਾ ਹੈ ਕਿ ਨਹੀਂ ਦੇਣਾ। ਗੁਰੂ ਕੇ ਪਿਆਰਿਓ, ਇਹ ਤਾਂ ਉਹਦੀ ਰਜ਼ਾ ਹੈ। ਸਤਿਗੁਰੂ ਜੀ ਦਾ ਬਚਨ ਏ, ਬੰਦੇ ਨੂੰ ਖਾਣਾ ਪੀਣਾ ਸਭੋ ਕੁਝ ਯਾਦ ਰਹਿੰਦਾ, ਸੌਣਾ ਕਦੋਂ ਯਾਦ ਹੈ, ਕਿੱਥੇ ਕਿੱਥੇ ਜਾਣਾ ਹੈ, ਕਿਹਦੇ ਨਾਲ ਲੈਣ ਦੇਣ ਕਰਨਾ ਹੈ, ਕਦੇ ਨਹੀਂ ਭੁੱਲਦਾ। ਘਰ-ਬਾਰ ਇਹ ਸਾਰਾ ਕੁਝ ਭੁੱਲਦਾ। ਇੱਕੋ ਗੱਲ ਏ ਵੀ ਮੌਤ ਨੂੰ ਭੁੱਲਦਾ ਹੈ, ਜਦੋਂ ਕਿ ਉਹ ਅਟੱਲ ਸੱਚਾਈ ਏ। ਸਤਿਗੁਰੂ ਜੀ ਦਾ ਬਚਨ ਏ, ਹਜ਼ੂਰ ਕਹਿੰਦੇ ਖਾਣਾ ਪੀਣਾ ਹੱਸਣਾ ਸੋਹਣਾ, ਵਿਸਰ ਗਿਆ ਖੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਸਾਹਿਬ ਕਹਿੰਦੇ ਜੇ ਮੌਤ ਤੇ ਰੱਬ ਭੁੱਲਿਆ ਤੇ ਚੇਤਾ ਰੱਖੀ, ਤੂੰ ਇਸ ਜਗਤ ਵਿੱਚ ਰਹਿ ਨਹੀਂ ਸਕਣਾ। ਤੂੰ ਚਲੇ ਤੇ ਜਾਣਾ ਹੈ, ਪਰ ਜੀਵਨ ਬਰਬਾਦ ਅਜਾਈਂ ਚਲਾ ਜਾਏਗਾ, ਇਹਦਾ ਕੋਈ ਲਾਭ ਨਹੀਂ। ਗੁਰੂ ਕੇ ਪਿਆਰਿਓ, ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਬਚਨ ਨੂੰ ਥੋੜ੍ਹਾ ਖੋਲ੍ਹਿਆ ਹੈ, ਤਾਂ ਹੀ ਸ਼ਾਇਦ ਭਾਈ ਸਾਹਿਬ ਦੀਆਂ ਵਾਰਾਂ ਕਵਿਤਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਸਤਿਗੁਰਾਂ ਦੇ ਸ਼ਬਦ ਦਾ ਵਿਸਤਾਰ ਭਾਈ ਗੁਰਦਾਸ ਸਾਹਿਬ ਜੀ ਕਰਦੇ ਨੇ ਬੜੇ ਪਿਆਰ ਨਾਲ। ਕਹਿੰਦੇ ਸਾਡੀ ਹਾਲਤ ਪਤਾ ਕੀ ਹੈ, ਸ਼ਹਿਦ ਦੀ ਮੱਖੀ ਵਰਗੀ। ਉਹ ਵਿਚਾਰੀਆਂ ਮੱਖੀਆਂ ਇਕੱਠੀਆਂ ਹੋ ਵੱਖ-ਵੱਖ ਫੁੱਲਾਂ 'ਤੇ ਬੈਠਦੀਆਂ ਨੇ, ਰਸ ਚੂਸਦੀਆਂ ਨੇ, ਸ਼ਹਿਦ ਨੂੰ ਪੈਦਾ ਕਰਦੀਆਂ ਨੇ। ਸ਼ਹਿਦ ਇਕੱਠਾ ਹੋ ਜਾਂਦਾ ਹੈ ਅਤੇ ਉਹਨੂੰ ਛਕਦੀਆਂ ਨੇ।
ਅਜੇ ਹੋਰ ਇਕੱਠਾ ਹੋਰ ਕਰੀ ਜਾਂਦੀਆਂ ਨੇ, ਇੱਕ ਆਸ ਰੱਖਦੀਆਂ ਨੇ ਅੰਦਰ, ਫਿਰ ਆਰਾਮ ਨਾਲ ਬਹਿ ਕੇ ਖਾਵਾਂਗੀਆਂ। ਸ਼ਾਇਦ ਇਕੱਠਾ ਹੋ ਜਾਂਦਾ ਹੈ, ਕਿਸੇ ਇਨਸਾਨ ਦੀ ਨਿਗਾਹ ਪੈਂਦੀ, ਉਹ ਜਾ ਕੇ ਤੋਂ ਥੋੜ੍ਹਾ ਧੂੰਆਂ ਬਾਲਦਾ ਜਾਂ ਕੋਈ ਹੋਰ ਤਰੀਕਾ ਵਰਤ ਕੇ ਮੱਖੀਆਂ ਨੂੰ ਪਰੇ ਹਟਾ ਦਿੰਦਾ ਹੈ, ਅਤੇ ਉਹ ਜਿੰਨਾ ਸ਼ਹਿਦ ਹੈ ਉਹਨਾਂ ਇਕੱਠਾ ਕੀਤਾ ਉਹ ਚੁੱਕ ਕੇ ਆਪ ਲੈ ਜਾਂਦਾ। ਮਿਹਨਤ ਉਹਨਾਂ ਨੇ ਕੀਤੀ ਪਰ ਛਕਣ ਦਾ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਬੰਦਾ ਮਾਇਆ ਇਕੱਠੀ ਕਰਨ ਮੱਖੀ ਦੀ ਤਰ੍ਹਾਂ ਤੁਰਦਾ, ਇਸ ਕਰਕੇ ਬਸ ਜਿੰਨੀ ਕੁ ਸਮਾਂ ਮਿਲਿਆ ਬਚਪਨ ਪੜ੍ਹਨ 'ਚ, ਜਵਾਨੀ ਸਾਰੀ ਪੈਸੇ 'ਚ ਲੰਘੇ ਕਮਾਉਣ 'ਚ, ਬੁਢਾਪੇ ਹੋਣ ਤੋਂ ਪਹਿਲਾਂ ਜਿੰਨੀ ਜੋੜ ਸਕਦਾ, ਜਿੰਨਾ ਚਿਰ ਸਰੀਰ 'ਚ ਤਾਕਤ ਤੇ ਬਲ ਏ ਉਹਨਾਂ ਚਿਰ ਜੋੜ ਲਵਾਂ। ਇਸ ਕਰਕੇ ਫਿਰ ਆਰਾਮ ਨਾਲ ਬਹਿ ਕੇ ਖਾਵਾਂਗੇ। ਹੁੰਦਾ ਏ ਵੀ ਜੋੜਦਾ ਹੀ ਰਹਿ ਜਾਂਦਾ ਏ। ਜਦੋਂ ਬਹਿ ਕੇ ਛਕਣ ਦੀ ਵਾਰੀ ਆਉਂਦੀ ਉਦੋਂ ਰੱਬ ਵੱਲੋਂ ਸੱਦਾ ਆ ਜਾਂਦਾ ਅਤੇ ਅੱਗੇ ਤੁਰ ਜਾਂਦਾ ਹੈ। ਫਿਰ ਇੱਕ ਭੁਲੇਖਾ ਪਾ ਦਿੰਦਾ, ਚਲੋ ਅੱਗੋਂ ਮੇਰਾ ਬਾਗ ਪਰਿਵਾਰ ਪਿਆ ਖਾਏਗਾ। ਭਾਈ ਸਾਹਿਬ ਕਹਿੰਦੇ ਜੇ ਮੱਖੀ ਨੇ ਭੁਲੇਖਾ ਖਾਧਾ, ਇਹ ਇਨਸਾਨ ਤੂੰ ਵੀ ਉਹ ਭੁਲੇਖਾ ਖਾ ਰਹੇ। ਜੈਸੇ ਮਧ ਮਾਖੀ ਸੀਂਚ ਕੈ ਇਕੱਤਰ ਕਰੈ, ਹਰੈ ਮਧੂ ਆਏ ਤਾਂ ਕੈ ਮੁਖ ਸਾਰ ਡਾਰ ਕੈ। ਉਹਨਾਂ ਦੇ ਪੱਲੇ 'ਤੇ ਸਵਾਹ ਪਈ, ਮਿਹਨਤ ਕਰਦੇ ਰਹੇ। ਕਹਿੰਦੇ ਬੰਦੇ ਦੀ ਹਾਲਤ ਉਸ ਗਾਂ ਦੇ ਵੱਛੇ ਵਰਗੀ ਹੈ, ਜਿਹਨੂੰ ਛੱਡਿਆ ਉਹ ਗਾਂ ਦੇ ਕਦੇ ਇੱਕ ਥਣ ਨੂੰ ਮੂੰਹ 'ਚ ਪਾਉਂਦਾ, ਕਦੇ ਦੂਸਰੇ, ਕਦੇ ਤੀਸਰੇ, ਕਦੇ ਚੌਥੇ। ਚਾਹ ਚਾਹੁੰਦਾ ਏ, ਪਰ ਜਦੋਂ ਦੁੱਧ ਉਤਰਿਆ ਅਤੇ ਇੱਕ ਨੂੰ ਪੀਣ ਦੀ ਬਜਾਏ ਛੱਡ ਕੇ ਛੇਤੀ ਨਾਲ ਦੂਸਰੇ ਨੂੰ, ਤੀਸਰੇ ਨੂੰ, ਉਹ ਚਾਹੁੰਦਾ ਹੈ ਵੀ ਥਣਾਂ ਨੂੰ ਬਦਲ ਕੇ ਇਕੱਠਾ ਦੁੱਧ ਹੋ ਕੇ ਹੁਣ ਪੀਵਾਂਗਾ। ਜਦੋਂ ਹੀ ਦੁੱਧ ਭਰਦਾ ਥਣਾਂ 'ਚ, ਕਿਸਾਨ ਹੁੰਦਾ ਏ, ਉਹ ਵੱਛੇ ਦੇ ਗਲ ਵਿੱਚ ਰੱਸਾ ਪਾ ਕੇ ਪਰਾਂ ਬੰਨ੍ਹ ਕੇ ਦੁੱਧ ਨੂੰ ਚੋ ਕੇ ਉਹ ਲੈ ਜਾਂਦਾ। ਜੈਸੇ ਬਚ ਖੇਤ ਗਊ ਸੰਚਿਤ ਹੈ ਖੀਰ। ਵੱਛੇ ਵਾਸਤੇ ਗਊ ਤਾਂ ਇਕੱਠਾ ਕਰਦੀ ਏ, ਦੁੱਧ ਭੇਜਦੀ ਏ ਹੌਲੀ ਹੌਲੀ, ਪਰ ਹੁੰਦਾ ਕੀ ਲੇਤ ਹੈ ਅਖੀਰ ਦੋਹੇ ਬਛੜੇ ਬਿਟਾਰ ਕੇ। ਦੁੱਧ ਚੋਣ ਵਾਲਾ ਵੱਛੇ ਨੂੰ ਪਰਾਂ ਕਰਕੇ ਗਾਂ ਦਾ ਦੁੱਧ ਕੋਈ ਹੋਰ ਲੈ ਜਾਂਦਾ ਏ। ਗਾਂ ਨੇ ਉਤਾਰਿਆ ਕਿਸੇ ਹੋਰ ਵਾਸਤੇ, ਵੱਛੇ ਨੇ ਮਿਹਨਤ ਕੀਤੀ। ਬਿਲਕੁਲ ਇਸੇ ਤਰ੍ਹਾਂ ਜਿਵੇਂ ਵੱਛਾ ਅਤੇ ਗਾਂ ਜੋੜਦੇ ਹੀ ਰਹਿ ਜਾਂਦੇ ਇੱਕ ਦੂਸਰੇ ਨੂੰ, ਪਰ ਉਹਦਾ ਮਾਲਕ ਕੋਈ ਹੋਰ ਬਣ ਜਾਂਦਾ ਹੈ। ਮੌਤ ਦਾ ਪਤਾ ਕੋਈ ਨਹੀਂ ਕਦੋਂ ਆ ਜਾਵੇ। ਪਿਆਰਿਓ, ਗੁਰੂ ਸਾਹਿਬ ਜੀ ਦੇ ਪਿਆਰੇ ਭਾਈ ਗੁਰਦਾਸ ਸਾਹਿਬ ਕਹਿੰਦੇ, ਜੈਸੇ ਤਰ ਖੋਦ ਕਰ ਬਿਲ ਸਾਜੈ ਮੂਸਾ, ਪੈਸਤ ਸਰਬ ਧਾਏ ਖਾਏ ਤਾਹੇ ਮਾਰ ਕੇ। ਚੂਹਾ ਏ, ਉਹ ਪਿਆਰਿਓ ਖੁੱਡ ਪੁੱਟਦਾ, ਲੰਬੀ ਸਾਰੀ ਪੁੱਟੀ ਜਾ ਰਿਹਾ। ਚੂਹੇ ਦੀ ਆਦਤ ਏ, ਉਸ ਨੇ ਵੇਖਣਾ ਨਹੀਂ ਕਿੰਨੀ ਕੁ ਜਗ੍ਹਾ ਚਾਹੀਦੀ। ਉਹਨੂੰ ਪੁੱਛਿਆ ਕਾਹਦੇ ਲਈ? ਕਹਿੰਦੇ ਲੰਬਾ ਸਾਰਾ ਘਰ ਬਣਾਵਾਂ, ਕਿਸੇ ਦੀ ਉੱਥੋਂ ਤੱਕ ਪਹੁੰਚ ਨਹੀਂ ਹੋਏਗੀ, ਫਿਰ ਆਰਾਮ ਨਾਲ ਬੈਠਾਂਗੇ। ਸੱਪ ਆਉਂਦਾ, ਉਹ ਆਪਣੀ ਖੁੱਡ 'ਤੇ ਬਣਾਉਂਦਾ ਨਹੀਂ, ਉਹ ਬਣੀ ਬਣਾਈ ਖੁੱਡ ਵਿੱਚ ਜਾ ਕੇ ਮਾਲਕ ਬਣ ਕੇ ਬਹਿ ਜਾਂਦਾ ਹੈ। ਚੂਹੇ ਨੂੰ ਮਾਰ ਮੁਕਾਇਆ ਜਾਂ ਭੱਜ ਗਿਆ, ਉਸ ਦਾ ਮਾਲਕ ਹੋਰ ਬਣ ਗਿਆ। ਕਹਿੰਦੇ ਅਸੀਂ ਇਸ ਦੁਨੀਆ ਵਿੱਚ ਆਪਣੇ ਬਾਹਰਲੇ ਘਰ ਬਣਾਉਂਦੇ ਰਹਿ ਜਾਂਦੇ ਹਾਂ, ਅੰਦਰਲੇ ਘਰ ਦਾ ਸਾਨੂੰ ਕੋਈ ਫਿਕਰ ਨਹੀਂ। ਜਿਸ ਘਰ ਵਿੱਚ ਬੈਠ ਕੇ ਸਦਾ ਲਈ ਸੁੱਖ ਲੈਣਾ ਸੀ, ਬਣਾਉਂਦੇ ਰਹਿ ਜਾਂਦੇ ਹਾਂ। ਮੌਤ ਆਉਂਦੀ ਹੈ, ਹਾਲਾਤ ਬਦਲਦੇ ਨੇ, ਇਹਦੇ ਮਾਲਕ ਕੋਈ ਹੋਰ ਬਣ ਜਾਂਦਾ ਹੈ। ਤੈਸੇ ਕੋਟ ਪਾਪ ਕਰ ਮਾਇਆ ਜੋਰ ਮੂੜ। ਮੂਰਖ ਬੰਦਾ ਕਰੋੜਾਂ ਪਾਪ ਕਰਕੇ ਜੋੜਦਾ ਏ। ਸਤਿਗੁਰੂ ਜੀ ਮਾਇਆ ਨੂੰ, ਕਿਰਤ ਨੂੰ ਕਦੇ ਮਾੜਾ ਨਹੀਂ ਕਹਿੰਦੇ। ਜਿਹੜੀ ਪਾਪ ਕਰ ਕਰਕੇ ਨਿਸ਼ਾਨੇ ਜ਼ਿੰਦਗੀ ਦਾ ਬਣ ਜਾਣਾ ਵੀ ਮਾਇਆ ਵੱਧ ਤੋਂ ਵੱਧ ਜੋੜਨੀ ਏ, ਵਰਤਣੀ ਨਹੀਂ, ਜੋੜਨੀ ਏ। ਕਾਹਦੇ ਲਈ? ਹੰਕਾਰ ਨੂੰ ਪੱਠੇ ਪਾਉਣ ਲਈ, ਦੁਨੀਆ ਨੂੰ ਦੱਸਣ ਲਈ ਇੰਨਾ ਕੁਝ ਮੇਰੇ ਕੋਲ ਹੈ। ਅਗਲਾ ਵੀ ਦੂਜੇ ਨੂੰ ਦੱਸ ਰਿਹਾ, ਲੋੜ ਨਹੀਂ ਕੇਵਲ ਤੇ ਕੇਵਲ ਜੋੜ ਕੇ ਹਉਮੈ ਨੂੰ ਇਕੱਠਾ ਕਰਨਾ। ਭਾਈ ਸਾਹਿਬ ਦਾ ਬਚਨ ਕਹਿੰਦੇ, ਅੰਤ ਕਾਲ ਛਾੜ ਚੱਲੈ ਦੋਨੋਂ ਕਰ ਝਾਰ ਕੇ। ਅੰਤ ਸਮਾਂ ਆਉਂਦਾ ਪਿਆਰਿਓ, ਬਸ ਉਦੋਂ ਇਹ ਦੋਨੋਂ ਖਤ ਝਾੜ ਕੇ ਚਲਾ ਜਾਂਦਾ ਹੈ। ਸ਼੍ਰੀਮਾਨ ਭਾਈ ਨੰਦ ਲਾਲ ਸਿੰਘ ਸਾਹਿਬ ਜੀ ਦੇ ਬਚਨ ਵੀ ਬੜੇ ਪਿਆਰੇ ਨੇ। ਉਹ ਕਹਿੰਦੇ, ਚੰਚਲ ਚੱਪਲ ਮਾਇਆ ਨੇ ਕੀਤੀ ਡਾਢੀ ਤੰਗ ਲੁਕਾਈ,
दीन दुखी को इस दे हत्थों मैं तोबा तोबा लाई। कहंदी माया बड़ी चंचल, इस दे हत्थों लोकाई तंग भी बड़ी है, दुखी भी ये कर दी है। ये लोक परलोक गवा देंदी जदों रब नूं भुल्लीदा है। कहंदे मैं सियाणा जदों मैं वेख्या ये किसी दे नाल निभदी, असीं तोबा तोबा करके असीं गुरु परमेश्वर दे राह ते तुर पए। वो तो बड़ा प्यारे जे बचन करते ने, कहंदे दुनिया तो तुर जाण दी बीबा गल न पुछो काई, राजे ते भिखारी सबना जाना इत्थों ताई। सब ने जाना है, असीं भी जाना है। इस करके भाई साहब कहना की चाहते हो, कहंदे खर जस बाजू शब्द न दूजा, निकले मेरी जबानों, ला जीवन दा आखर गोया, पाया यही जखानो। कहंदे देखो असी तां ना इक्को ही गल कीती है, सिੱਖਿਆ जो गुरु तेग बहादुर साहब पिता जी बचन करते ने ना अज दे, मतलब साडा ध्यान परमेश्वर वल जाण लई उधरों खटा रहे ने भी जो कुछ दुनिया करदी वो सही नहीं जिउण दा ढंग। माया जोड़न लई जिउणा एक जिंदगी है, माया गुजरान बन के परमेश्वर दे नाल जुड़न लई जिंदगी मिली है। सारियां दी मौत हो गई, तैनूं पता नहीं कदों तू तुर जाना है ते तू अजे भी नहीं इधर ध्यान करदा। कहंदी इस जुबान तो सिमरन तो बगैर कोई शब्द ना तेरी जुबान तो निकले, लाहा जीवन दा यही आ, होर कोई लाखा नहीं। इन्हें तेरे नाल तुरना है, बाकी चीज़ां ने नहीं। वो तां कहंदे ये सारा कुछ गल्लां बातां नाल नहीं होना, ये होएगा जदों नाम जपांगे, परमेश्वर नूं याद करांगे, अंदरों सोझी पैंदी है, बंदे नूं पता लगदा मैं भी चले जाना है। जदों ये पता लगा तो फिर ये अपने बारे सोचदा मैनूं की चाहीदा है, मैं हुण तक की कर रहा सी। फिर ये शुभ कर्मां वल ध्यान करेगा, फिर असीं परमेश्वर दे चरनां वल तुरांगे। भाई साहब तां कहंदे ने जे कोई गुरमुख प्रभु प्यारा, खाशां मार मुकावे, राज दो लोकी राम रौलियों, उस वध ना नजरी आवे। जेकर कोई बंदा रब नूं प्यार करन लग पवे, उस बंदगी सदका खाशां मुक जाण, उन्होंने लगेगा दो लोकां दा राज, ये केवल राम रौला ही, ये होर कुछ भी नहीं। जिन्हों मैं बहुत वड्डी चीज़ समझदा सां, वो कहंदे ते कुछ भी नहीं। तो मुकदी गल आपां विचार कर रहे सां, सतगुरु कह रहे बड़ी हैरानगी दी गल, दूजे जा रहे ने उन्होंने वेख के भी साडा अंदर ना मौत नूं चेता करदा है ते ना रब दे राह ते तुरदा है। भाई साहब तां कहंदे यकदम बख्शे राह ना बरदम के की सतम, ऐ वाए नकदे जिंदगी राएगा गुजश्त। मैं हाँ कौन, ना खोज इस दी एक पल भी मैं कीती। असी कौन हाँ, इहदी खोज करनी सी ओह कीती नहीं। अफसोस है इस गल ते, कहंदे अफसोस के नकदी जीवन संधि बीती एवें बीती। जे ही नहीं पता ला सके मैं कौन हाँ, मैनूं की करना चाहिए है, तो गुरु के प्यारिओ ये जिंदगी अजाई चली गई। तां ही मेरे सतगुरु जी चेता कराउंदे ने, किरपा करके आखदे साधो रचना राम बनाई, एक बिनसै एक अस्थिर मानै अचरज लखियो ना जाई। इस चीज़ नूं समझिया ही नहीं, रखाओ तै बांधे, करदे कियां काम क्रोध मोह बस प्राणी, हर मूरत बिसराई। जदों ही अकाल पुरख की मूरत अंदरों विसरे, उदों ही विषय विकारां ने अपने वस विच कर लैना हुंदा है। इन्हां ते वस तो बचन दा इक्को तरीका रब की मूरत उहदी याद अंदर होवे। एक बार है ना, जदों सत्कारयोग बाबा बुढ़ा साहब जी चोला बदल गए, तो उन्होंने अर्थी नूं सतगुरु गुरु हरगोबिंद पातशाह महाराज जी ने मोढा लाया। उन्होंने सपुत्र भाई भाना जी जदों जा रहे सी अर्थी नूं लैके संस्कार वाली जगह ते, भाई बिधि चंद वर्गे गुरु के प्यारिਆਂ ने कुछ नज़ारा तक्या, वापस मुड़े, आए संस्कार करके बिने कीती, सतगुरु गुरु हरगोबिंद पातशाह जीओ
ਇੱਕ ਬੇਨਤੀ ਕਰਨੀ ਏ। ਅੱਜ ਕੁਝ ਤੁਹਾਡੀ ਕਿਰਪਾ ਨਾਲ ਵੇਖਿਆ ਏ, ਇਹ ਸਮਝਾਓ ਇਹ ਕੀ ਕੌਤਕ ਏ। ਸੱਚਮੁੱਚ ਜਦੋਂ ਅਸੀਂ ਅੰਦਰ ਦੀ ਯਾਤਰਾ ਸ਼ੁਰੂ ਕਰਦੇ ਹਾਂ, ਸਾਡੇ ਸਾਹਮਣੇ ਉਹ ਕੌਤਕ ਹੁੰਦੇ ਜਿਹੜੇ ਬਾਹਰ ਦੁਨੀਆ ਵਿੱਚ ਨਹੀਂ ਹੁੰਦੇ। ਫਿਰ ਉਹਨਾਂ ਦਾ ਜਵਾਬ ਸਤਿਗੁਰੂ ਹੀ ਦੇ ਸਕਦੇ ਨੇ, ਜਾਂ ਸਤਿਗੁਰੂ ਨਾਲ ਇੱਕਮਿਕ ਹੋਏ ਗੁਰਮੁਖ ਪਿਆਰੇ ਉਹਨਾਂ ਕੋਲ ਜਦੋਂ ਜ਼ਿਕਰ ਕਰਾਂਗੇ ਉਹ ਦੱਸਣਗੇ ਵੀ ਉਹਦਾ ਮਤਲਬ ਕੀ ਹੈ। ਅੱਜ ਵੀ ਇਸ ਤਰ੍ਹਾਂ ਹੀ ਹੁੰਦਾ ਗੁਰੂ ਪਿਆਰਿਆਂ ਨਾਲ। ਜਦੋਂ ਕੋਈ ਘਟਨਾ ਅੰਦਰੋਂ ਵਾਪਰਦੀ ਏ ਤਾਂ ਉਹ ਬੜੇ ਹੈਰਾਨ ਹੁੰਦੇ। ਕਈਆਂ ਨੂੰ ਜਾਪਦਾ ਏ ਉਂਝ ਹੀ ਮੇਰੇ ਮਨ ਨੇ ਇਹੋ ਜਿਹੀ ਕਹਾਣੀ ਪਾਈ, ਪਰ ਸੋਝੀ ਵਾਲੇ ਜਾਣਦੇ ਐਵੇਂ ਨਹੀਂ, ਇਹਦੇ ਮਗਰ ਕੋਈ ਰਾਜ ਤੇ ਸਿਣੇ ਹੈ। ਜਦੋਂ ਉਹਨਾਂ ਨੇ ਪੁੱਛਿਆ ਸਤਿਗੁਰੂ ਜੀ ਅਸੀਂ ਜਾ ਰਹੇ ਸਾਂ ਤੇ ਅਸੀਂ ਸਾਰੀ ਸੰਗਤ ਦੇ ਸਿਰਾਂ ਦੇ ਉੱਪਰ ਛਤਰ ਝੁੱਲਦੇ ਤੱਕ ਰਹੇ ਸਾਂ, ਇਤਨਾ ਜਾਖੋ ਜਲਾਲ ਸੀ, ਵੇਖਿਆ ਨਹੀਂ ਸੀ ਜਾਂਦਾ। ਵਾਪਸੀ ਆਏ ਆਪ ਜੀ ਉੱਪਰ ਤੇ ਕੁਝ ਕੁ ਪਿਆਰਿਆਂ ਦੇ ਉੱਪਰ ਛਤਰ ਝੁੱਲਦੇ ਨਜ਼ਰ ਆ ਰਹੇ ਸਨ, ਬਾਕੀ ਪ੍ਰਾਣੀਆਂ ਤੇ ਨਹੀਂ। ਕੀ ਮਹਾਰਾਜ ਇਹ ਭੁਲੇਖਾ ਏ? ਮਨ ਦਾ ਕੋਈ ਇਹ ਖੇਡ ਹੈ ਜਾਂ ਕੋਈ ਸੱਚਾਈ ਏ? ਸਤਿਗੁਰੂ ਕਹਿਣ ਲੱਗੇ ਇਹ ਸੱਚਾਈ ਹੈ। ਐਸਾ ਕਿਉਂ? ਜਦੋਂ ਜਾ ਰਹੇ ਸਾਂ ਆਪਾਂ, ਸਭਨਾਂ ਦੇ ਅੰਦਰ ਦੋ ਚੀਜ਼ਾਂ ਸੀ। ਭਈ ਬਾਬਾ ਬੁੱਢਾ ਸਾਹਿਬ ਜੀ ਵੀ ਚੋਲਾ ਬਦਲ ਗਏ, ਸਾਰਿਆਂ ਨੂੰ ਜਾਣਾ ਪੈਂਦਾ ਇਸ ਦੁਨੀਆ 'ਚੋਂ, ਅਸੀਂ ਵੀ ਤੁਰ ਜਾਣਾ ਹੈ। ਇਹ ਚੀਜ਼ ਹੈਰਾਨ ਕਰਦੀ ਸੀ ਤੇ ਨਾਲ ਵਾਹਿਗੁਰੂ ਦਾ ਨਾਮ ਜਪਦੇ ਸੀ। ਜਦੋਂ ਇਹ ਚੀਜ਼ ਵੇਖ ਕੇ ਰੱਬ ਵੱਲ ਨੂੰ ਬੰਦਾ ਮੁੜੇ, ਸਤਿਗੁਰੂ ਕਹਿੰਦੇ ਮੌਤ ਤੇ ਪਰਮੇਸ਼ਰ ਚੇਤਾ ਰਵੇ, ਫਿਰ ਸਾਰੀ ਜ਼ਿੰਦਗੀ ਨਿਰੰਕਾਰ ਦੀਆਂ ਰਹਿਮਤਾਂ ਦੇ ਛਤਰ ਝੁੱਲਦੇ ਹਨ। ਵਾਪਸੀ ਮੁੜੇ ਫਿਰ ਦੁਨੀਆ ਚੇਤਾ ਆਈ ਤੇ ਛਤਰ ਪਰਾਂ ਹੋ ਗਏ। ਇਹਦਾ ਮਤਲਬ ਇਹ ਦੋ ਚੀਜ਼ਾਂ ਅਕਾਲ ਪੁਰਖ ਦੀ ਬਖਸ਼ਿਸ਼ ਲੈਣ ਲਈ ਸਖਾਈ ਹੁੰਦੀਆਂ ਨੇ। ਸਦਾ ਚੇਤਾ ਰੱਖੀਏ ਅਸੀਂ ਤੁਰ ਜਾਣਾ ਏ। ਮਹਾਤਮਾ ਬੁੱਧੀ ਤੇ ਸ਼ੁਰੂਆਤ ਹੀ ਇੱਥੋਂ ਹੋਈ ਸੀ। ਉਹਨਾਂ ਨੂੰ ਕਿਉਂਕਿ ਰਾਜਕੁਮਾਰ ਸਨ, ਜੋਤਸ਼ੀਆਂ ਦੇ ਦੱਸਣ ਮੁਤਾਬਕ ਇਹਨੇ ਮਹਾਤਮਾ ਬਣਨਾ। ਰਾਜੇ ਨੇ ਹਰ ਹੀਲਾ ਵਰਤਿਆ, ਇਹਨਾਂ ਨੂੰ ਘਰੇ ਰੱਖਣਾ ਹੈ, ਵੱਖਰੀਆਂ ਪੜ੍ਹਾਈਆਂ। ਪਰ ਜਦੋਂ ਵੱਡੇ ਹੋਏ, ਨਿਕਲੇ ਰੱਥ 'ਤੇ ਜਾ ਰਹੇ ਸਨ ਤੇ ਰਸਤੇ 'ਚੋਂ ਸੜਕ ਨੂੰ ਕੁਝ ਲੋਕਾਂ ਦੀ ਆਵਾਜਾਈ ਨੂੰ ਰੋਕਿਆ। ਕਾਰਨ ਕਹਿਣ ਲੱਗੇ ਭਾਈ ਕੀ ਹੋਇਆ ਸਾਹਮਣੇ? ਕਹਿਣ ਲੱਗੇ ਇੱਕ ਆਦਮੀ ਚੜ੍ਹਾਈ ਕਰ ਗਿਆ, ਮੌਤ ਹੋ ਗਈ ਹੈ, ਉਹਦਾ ਸੰਸਕਾਰ ਕਰਨ ਚੱਲੇ ਨੇ। ਅੱਛਾ, ਬੰਦੇ ਦੀ ਮੌਤ ਵੀ ਹੋ ਜਾਂਦੀ ਏ? ਹਾਂ, ਮੌਤ ਹੋ ਜਾਂਦੀ ਏ। ਸਾਰਿਆਂ ਦੀ ਮੌਤ ਹੁੰਦੀ ਕਿ ਕਿਸੇ ਦੀ? ਸਭਨਾਂ ਦੀ। ਮੇਰੀ ਵੀ ਹੋਏਗੀ, ਖਾਂ ਤੇਰੀ ਵੀ ਜੀ, ਤੁਹਾਡੀ ਹੋਏਗੀ। ਠੋਕਰ ਵੱਜੀ, ਮੈਂ ਮਰ ਜਾਣਾ ਤੇ ਮੈਂ ਖਾ ਪੀ ਕੇ ਰਾਜ ਭਾਗ ਭੋਗ ਕੇ ਚਲਾ ਗਿਆ ਤੇ ਮੈਨੂੰ ਕੀ ਲਾਭ? ਇਹ ਜ਼ਿੰਦਗੀ ਇਸ ਲਈ ਤੇ ਨਾ ਮਿਲੀ। ਇੱਕਦਮ ਉਹ ਤੀਰ ਬਣ ਕੇ ਵੱਜੀ ਸੀ ਗੱਲ। ਬਸ ਪਿਆਰਿਓ, ਇੱਕ ਬਜ਼ੁਰਗ ਨੂੰ ਵੇਖ ਲਿਆ, ਇਹ ਬੁੱਢਾ ਇਸ ਤਰ੍ਹਾਂ ਕਿਉਂ ਤੁਰ ਰਿਹਾ ਹੈ? ਇਹ ਬੁੱਢਾ ਹੋ ਗਿਆ। ਅਸੀਂ ਵੀ ਬੁੱਢੇ ਹੋਣਾ ਖਾਂ, ਜੇ ਉਮਰ ਰਹੀ ਤੇ ਇਹੋ ਜਿਹੀ ਹਾਲਤ ਵਿੱਚ ਜਾਣਾ ਪੈਂਦਾ। ਉਹਨੂੰ ਬੁਢਾਪਾ ਤੇ ਮੌਤ ਵੇਖ ਕੇ ਠੋਕਰ ਵੱਜੇ। ਸਭੋ ਕੁਝ ਛੱਡ ਛੁਡਾ ਕੇ ਰਾਜ ਭਾਗ ਦਿਨੇ ਰਾਤ ਬੰਦਗੀ ਕੀਤੀ ਤੇ ਨਿਰਵਾਣ ਪਦ ਦੀ ਪ੍ਰਾਪਤੀ ਕਰ ਲਈ। ਸਤਿਗੁਰੂ ਜੀ ਆਖਦੇ ਸਾਨੂੰ ਕੋਈ ਤੀਰ ਵੱਜੇ, ਅਸੀਂ ਇਸ ਦੁਨੀਆ ਵਿੱਚ ਆਪਣੇ ਅਸਲੀ ਮਨੋਰਥ ਵੱਲ ਧਿਆਨ ਕਰੀਏ। ਤੋਂ ਬਚਨ ਕਰ ਰਹੇ ਨੇ, ਵਿਕਾਰ ਉਦੋਂ ਕਿਸੇ ਨੂੰ ਬੰਨ੍ਹਦੇ ਨੇ ਪ੍ਰਾਣੀ ਨੂੰ ਜਦੋਂ ਕਿਸੇ ਦੇ ਅੰਦਰੋਂ ਅਕਾਲ ਪੁਰਖ ਦੀ ਯਾਦ ਨਿਕਲ ਜਾਂਦੀ। ਝੂਠਾ ਤਨ ਸਾਚਾ ਕਰਮਾਨਿਓ, ਜੋ ਸੁਪਨਾ ਰਹਿਣ ਆਈ। ਇਹ ਸਰੀਰ ਝੂਠਾ ਖਤਮ ਹੋਣ ਵਾਲਾ, ਇਹਨੂੰ ਸੱਚਾ ਕਰਕੇ ਮੰਨਿਆ ਵੀ ਇਹਨੇ ਸਦਾ ਹੀ ਰਹਿਣਾ। ਇਹ ਤਾਂ ਸੁਪਨਾ ਹੈ। ਰਾਤ ਨੂੰ ਸੁਪਨਾ ਲੱਗਦਾ ਤੇ ਸੱਚਾ ਹੈ, ਸਵੇਰੇ ਉੱਠਾਂਗੇ ਉਹ ਸੱਚਾ ਤੇ ਨਹੀਂ ਨਾ। ਪਿਆਰਿਓ, ਸਾਰਾ ਕੁਝ ਨਹੀਂ ਹੈ। ਇਸੇ ਤਰ੍ਹਾਂ ਸਾਰੀ ਜ਼ਿੰਦਗੀ ਸੁਪਨੇ ਲੈਂਦੇ ਰਹੇ ਨੇ ਸਰੀਰ ਬਾਰੇ, ਪਰ ਇਹ ਝੂਠਾ, ਇਹਨੇ ਬਿਨਸ ਜਾਣਾ ਹੈ। ਜੋ ਦਿਸੈ ਸੋ ਸਗਲ ਵਿਨਾਸ਼ੈ, ਜਿਉ ਬਾਦਰ ਕੀ ਛਾਈ। ਬਾਦਰ ਬੱਦਲ ਜੋ ਵੀ ਦਿਸ ਰਿਹਾ ਹੈ ਨਾ, ਇਹਨੇ ਸਭਨਾਂ ਨੇ ਖਤਮ ਹੋ ਜਾਣਾ ਹੈ। ਬੱਦਲਾਂ ਦੀ ਛਾਂ ਆਉਂਦੀ, ਵੇਖਦਿਆਂ ਵੇਖਦਿਆਂ ਅੱਗੇ ਲੰਘ ਜਾਂਦੀ। ਇਸੇ ਤਰ੍ਹਾਂ ਹੀ ਜ਼ਿੰਦਗੀ ਲੰਘ ਜਾਂਦੀ ਹੈ। ਜਾਪਦੀ ਬਹੁਤ ਵੱਡੀ, ਜਿਵੇਂ ਜ਼ਿੰਦਗੀ ਦੇ ਪਿਛਲੇ ਕਿਸੇ ਦੇ 20, ਕਿਸੇ ਦੇ 40, 50, 70 ਸਾਲ ਲੰਘ ਗਏ, ਅਗਲੇ ਵੀ ਪਤਾ ਨਹੀਂ ਲੱਗਣਾ ਕਦੋਂ ਲੰਘ ਜਾਣੇ।
इस करके जन नानक जग जानियो मिथ्या रहो राम शरणाई। भाई जिन्हां नूं सोझी पै गई, जिन्हां ने वेख लिया भी ये जगत नासवंत है, ਉਹ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾਂਦੇ ਨੇ। ਗੱਲ ਤੇ ਆਵੇ ਮਹਾਰਾਜ ਬਚਨ ਕਰਦੇ ਅਕਾਲ ਪੁਰਖ ਦੀ ਸ਼ਰਨ ਵਿੱਚ ਪੈਣਾ ਹੈ, ਉਹਦਾ ਲੜ ਪਕੜਨਾ ਹੈ। ਅਸੀਂ ਰਹਿਣਾ ਨਹੀਂ, ਪਤਾ ਨਹੀਂ ਕਦੋਂ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਈਏ, ਪਰ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਆਪਣੇ ਗੁਰੂ ਪਰਮੇਸ਼ਰ ਨਾਲ ਸਾਂਝ ਪਾਈਏ। ਰੋਜ਼ ਇੱਕ ਵਾਰੀ ਸਤਿਗੁਰੂ ਜੀ ਬਚਨ ਚੇਤਾ ਕਰਾਉਂਦੇ ਨੇ। ਇਹੀ ਬਚਨ ਸੋਹਿਲਾ ਸਾਹਿਬ ਦਾ ਪਾਠ ਕਰੀਏ ਨਾ, ਪਹਿਲਾ ਹੀ ਸ਼ਬਦ ਆਉਂਦਾ ਹੈ, ਅਖੀਰ ਵਿੱਚ ਗਰੀਬ ਨਵਾਜ ਪਿਤਾ ਜੀ ਆਖਦੇ ਨੇ, ਘਰ ਘਰ ਏਕੋ ਪਹੁੰਚਾ ਸਦੜੀ ਨਿਤ ਪਵਨ, ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ। ਕਹਿੰਦੇ ਮੌਤ ਤੋਂ ਪਹਿਲਾਂ ਪਹਿਲਾਂ ਉਸ ਵਾਹਿਗੁਰੂ ਨੂੰ ਚੇਤਾ ਕਰੀਏ। ਜਿਹਦੇ ਭਾਗ ਮਾੜੇ ਹੋਣ ਉਹ ਐਸਾ ਨਹੀਂ ਕਰਦਾ, ਉਹ ਤਾਂ ਸਗੋਂ ਉਲਟਾ ਕਈਆਂ ਨੂੰ ਜਿਨ੍ਹਾਂ ਦੀ ਮੱਤ ਮਾਰੀ ਜਾਵੇ ਜਾਂ ਇੱਧਰ ਰੱਬ ਵੱਲ ਨਾ ਪ੍ਰੇਰੇ ਜਾਣ, ਉਹ ਸਗੋਂ ਪਤਾ ਲੱਗੇ ਤੇ ਜ਼ਿਆਦਾ ਮਾੜੇ ਕਰਮਾਂ ਵੱਲ ਧਿਆਨ ਕਰਦੇ। ਕਹਿੰਦੇ ਮਰ ਤੇ ਜਾਣੇ, ਜੋ ਕੁਝ ਖਾ ਪੀ ਭੋਗ ਸਕਦੇ ਹੋ ਭੋਗ ਲਵੋ, ਪਰ ਜਿਨ੍ਹਾਂ 'ਤੇ ਕਿਰਪਾ ਹੋਵੇ ਉਹ ਜ਼ਿੰਦਗੀ ਨੂੰ ਸਫਲ ਬਣਾਉਂਦੇ ਨੇ। ਸਤਿਗੁਰਾਂ ਨੇ ਤਾਂ ਹੀ ਚੇਤਾ ਕਰਾਇਆ ਭਾਈ, ਮੌਤ ਤੇ ਰੱਬ ਇਸ ਲਈ ਚੇਤਾ ਕਰਾ ਰਹੇ ਹਾਂ, ਜੇ ਵਿਸ਼ੇ ਵਿਕਾਰਾਂ ਤੇ ਦੁੱਖ ਦੀ ਜ਼ਿੰਦਗੀ ਤੋਂ ਆਜ਼ਾਦ ਹੋਣਾ ਚਾਹੁੰਦੇ ਹੋ ਤੇ ਤੁਸੀਂ ਰੱਬ ਦੇ ਰਾਹ 'ਤੇ ਤੁਰੋ। ਤੇ ਇਹ ਨਾ ਭੁੱਲੋ ਵੀ ਮਰਨਾ ਇੱਕ ਨੇ ਨਹੀਂ, ਸਭਨਾਂ ਨੇ ਇਸ ਦੁਨੀਆ ਤੋਂ ਤੁਰ ਜਾਣਾ ਹੈ, ਚਾਹੇ ਕੋਈ ਵੱਡਾ ਕੋਈ ਛੋਟਾ, ਪਰ ਜਾਣ ਤੋਂ ਪਹਿਲਾਂ ਸਾਈਂ ਨਾਲ ਸਾਂਝ ਪਾਈਏ ਤਾਂ ਕਿ ਉਸ ਦੇ ਚਰਨਾਂ ਵਿੱਚ ਜਾ ਸਕੀਏ। ਅੱਜ ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।